1 ਤੋਂ 9 तक। पढ़ 1 ਤੋਂ 9 तक। इस दिन यीशु घर तो निकल के झील दे कंढे उत्ते गए। हालेलुया। हालेलुया। इस दिन घर तो निकल के यसू झील दे कंढे ते गए, अर्थात उन्हां दे सामने बड़ी वड्डी भीड़ हो गई। बड़ी वड्डी भीड़ हो गई। इस तो फिर अगे बढ़ांगे। ਉੱਥੇ ਉਹ ਲੋਕਾਂ ਨੂੰ ਸਿੱਖਿਆ ਦੇ ਲਈ ਹਾਲੇਲੂਇਆ। ਬੈਠ ਗਏ। ਉੱਥੇ ਉਹ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਬੈਠ ਗਏ। ਕੀ ਦੇਣ ਦੇ ਲਈ ਬੈਠ ਗਏ? ਸਿੱਖਿਆ ਦੇਣ ਦੇ ਲਈ ਬੈਠ ਗਏ, ਸਿਖਾਉਣ ਦੇ ਲਈ ਬੈਠ ਗਏ। ਇੱਕ ਉਦਾਹਰਨਾਂ ਦਿੰਦੇ ਨੇ ਯਿਸੂ। ਬੋਲੋਗੇ। ਛੇਤੀ ਹੀ ਉਹਨਾਂ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ। ਹਾਲੇਲੂਇਆ। ਜਿਸ ਤਰ੍ਹਾਂ ਦੱਸਿਆ, ਛੇਤੀ ਹੀ ਉਹਨਾਂ ਕੋਲੇ ਇੱਕ ਭੀੜ ਵੱਡੀ ਇਕੱਠੀ ਹੋ ਗਈ। ਹਾਂਜੀ। ਇਸ ਕਾਰਨ ਉਹਨਾਂ ਨੂੰ ਬੇੜੀ ਦੇ ਵਿੱਚ ਚੜ ਕੇ ਬੈਠਣਾ ਪਿਆ। ਹਾਲੇਲੂਇਆ। ਹਾਲੇਲੂਇਆ। ਇਸ ਕਾਰਨ ਉਹਨਾਂ ਨੂੰ ਉੱਚੀ ਜਗ੍ਹਾ ਤੇ ਚੜ ਕੇ ਬੇੜੀ ਦੇ ਵਿੱਚ ਬੈਠਣਾ ਪਿਆ, ਤਾਂ ਕਿ ਲੋਕੀ ਉਹਨੂੰ ਸਹੀ ਦੇਖ ਸਕਣ, ਤਾਂ ਉਹਦੀ ਆਵਾਜ਼ ਨੂੰ ਸਮਝ ਸਕਣ। ਹਾਂਜੀ, ਅੱਗੇ। ਪਰ ਭੀੜ ਝੀਲ ਦੇ ਕੰਢੇ ਉੱਤੇ ਹੀ ਖੜੀ ਰਹੀ। ਹਾਲੇਲੂਇਆ। ਹਾਲੇਲੂਇਆ। ਭੀੜ ਝੀਲ ਦੇ ਕੰਢੇ ਉੱਤੇ ਹੀ ਖੜੀ ਰਹੀ। ਅੱਗੇ ਪੜ੍ਹੀਏ। ਉਹਨਾਂ ਲੋਕਾਂ ਨੂੰ ਯਿਸੂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਹਾਲੇਲੂਇਆ। ਉਹਨਾਂ ਲੋਕਾਂ ਨੂੰ ਯਿਸੂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਹੁਣ ਇੱਥੇ ਹੋ ਰਹੀ ਆ ਬੀਜ ਦੀ ਗੱਲ। ਕਿਸਾਨ ਬੀਜ ਖਿਲਾਰਨ ਨਿਕਲਿਆ ਤਾਂ ਕੁਝ ਬੀਜ ਖਿਲਾਰਦਿਆਂ ਖੇਤ ਚੋਂ ਬਾਹਰ ਡਿੱਗ ਗਿਆ। ਤਦ ਪੰਛੀ ਆਣ ਕੇ ਉਹਨਾਂ ਨੂੰ ਚੁੱਗ ਲੈ ਗਏ। ਹਾਂਜੀ, ਪੜ੍ਹੀਏ ਜੀ। ਉਹਨਾਂ ਨੇ ਕਿਹਾ, ਇੱਕ ਕਿਸਾਨ ਬੀਜ ਬੋਝਣ ਲਈ ਆਪਣੇ ਖੇਤਾਂ ਵਿੱਚ ਗਿਆ। ਹਾਲੇਲੂਇਆ। ਕਿਸਾਨ ਬੀਜ ਬੋਝਣ ਲਈ ਆਪਣੇ ਖੇਤਾਂ ਵਿੱਚ ਗਿਆ। ਹਾਂਜੀ। ਜਦੋਂ ਉਹ ਬੀਜ ਬੋਝ ਰਿਹਾ ਸੀ ਤਾਂ ਕੁਝ ਬੀਜ ਬਾਹਰ ਡਿੱਗ ਪਏ। ਜਦੋਂ ਬੀਜ ਬੋਝ ਰਿਹਾ ਸੀ, ਕੁਝ ਬੀਜ ਬਾਹਰ ਡਿੱਗ ਪਏ। ਅੱਗੇ। ਜਿਨ੍ਹਾਂ ਨੂੰ ਪੰਛੀ ਆ ਕੇ ਚੁੱਗ ਲੈ ਗਏ। ਹਾਂਜੀ। ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗਿਆ। ਹਾਂਜੀ। ਜਿੱਥੇ ਬਹੁਤ ਮਿੱਟੀ ਨਹੀਂ ਸੀ, ਇਸ ਲਈ ਸੂਰਜ ਨਿਕਲਦੇ ਉਹ ਮੁਰਝਾ ਗਏ, ਤਾਂ ਕਿ ਉਹਨਾਂ ਦੀ ਜੜ ਜਿਹੜੀ ਉਹ ਮਜ਼ਬੂਤ ਨਹੀਂ ਸੀ। ਹਾਂਜੀ, ਅੱਗੇ। ਇਸ ਲਈ ਉਹ ਉੱਗੇ, ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗੇ, ਪਰ ਸੂਰਜ ਚੜਿਆ ਤਾਂ ਉਸ ਦੇ ਸਾਖ ਨਾਲ ਉਹ ਮੁਰਝਾ ਗਏ। ਉਸ ਦੇ ਸਾਖ ਨਾਲ, ਇਹਦਾ ਮਤਲਬ ਹੈ ਉਸ ਦੀਆਂ ਕਿਰਨਾਂ ਨਾਲ ਉਹ ਮੁਰਝਾ ਗਏ। ਅੱਗੇ ਜੀ। ਕਿਉਂਕਿ ਉਹਨਾਂ ਦੀਆਂ ਜੜਾਂ ਜ਼ਿਆਦਾ ਵੱਧ ਨਾ ਸਕੀਆਂ। ਹਾਲੇਲੂਇਆ। ਇੱਥੇ ਲਿਖਿਆ ਉਹਨਾਂ ਦੀਆਂ ਜੜਾਂ ਜ਼ਿਆਦੀਆਂ ਮਜ਼ਬੂਤ ਨਾ ਹੋਣ ਕਾਰਨ ਉਹ ਸੁੱਕ ਗਏ। ਹਾਲੇਲੂਇਆ। ਹਾਲੇਲੂਇਆ। ਅੱਗੇ। ਕੁਝ ਕੰਡਿਆਂ ਝਾੜੀਆਂ ਵਾਲੀ ਜ਼ਮੀਨ ਵਿੱਚ ਡਿੱਗ ਪਿਆ। ਹਾਲੇਲੂਇਆ। ਸੰਦਰਭ ਚ ਪੜ੍ਹਾ ਕਰ। ਸੰਦਰਭ ਚ। ਕੁਝ ਬੀਜ ਕੰਡਿਆਂ ਝਾੜੀਆਂ ਵਿੱਚ ਡਿੱਗ ਪਿਆ। ਇਦਾਂ ਨਹੀਂ, ਕੁਝ ਬੀਜ ਕੰਡਿਆਂ ਦੀ ਝਾੜੀਆਂ 'ਚ ਡਿੱਗ ਪਿਆ। ਹਾਲੇਲੂਇਆ। ਪੜੋ ਇਹਨੂੰ ਸਹੀ, ਦੁਬਾਰਾ ਫਿਰ ਪੜੋ। ਕੁਝ ਬੀਜ ਕੰਡਿਆਂ ਦੀਆਂ ਝਾੜੀਆਂ ਵਿੱਚ ਡਿੱਗ ਪਿਆ। ਝਾੜੀਆਂ ਹੋਣ ਕਾਰਨ ਉਹ ਬੀਜ ਵੱਧ ਨਾ ਸਕਿਆ, ਤਾਂ ਕਿ ਉਹ ਝਾੜੀਆਂ ਨੇ ਉਹਨਾਂ ਨੂੰ ਦਬਾ ਲਿਆ। ਦੁਬਾਰਾ ਇਹਨੂੰ ਕਲੀਅਰ ਕਰਕੇ ਪੜੋ। ਕੁਝ ਬੀਜ ਕੰਡਿਆਂ ਦੀਆਂ ਝਾੜੀਆਂ ਵਿੱਚ ਡਿੱਗ ਪਿਆ, ਜਿਹੜੀਆਂ ਉੱਗ ਪੈਣ ਤਾਂ ਝਾੜੀਆਂ ਦੇ ਕਾਰਨ ਦਬਾਈਆਂ ਗਈਆਂ, ਵੱਧ ਨਾ ਸਕੀਆਂ। ਕੁਝ ਬੀਜ ਝਾੜੀਆਂ ਦੇ ਕਾਰਨ ਦਬਾਇਆ ਗਿਆ, ਵੱਧ ਨਾ ਸਕਿਆ।
ਇਹ ਬੀਜ ਉਹ ਹੈ ਕਿ ਜਿਹੜਾ ਪ੍ਰਚਾਰ ਖੁਦਾ ਦਾ ਸੁਣਦਾ ਤੇ ਜਦੋਂ ਉੱਤੇ ਸੁਣਦਾ ਮੰਨਦਾ ਉਸ ਨੂੰ ਪੂਰੀ ਆਗਿਆ ਨਾਲ ਚੱਲਦਾ ਤੇ ਜਦੋਂ ਸੰਸਾਰ ਦੀਆਂ ਵਸਤੂਆਂ ਦੇ ਵੇਲੇ ਭਜਦਾ ਉਹ ਦੇਖਦਾ ਧਨ ਦੌਲਤ ਸਾਰਾ ਕੁਝ ਤਾਂ ਉਹ ਖੁਦਾ ਨੂੰ ਕੀ ਕਰ ਜਾਂਦਾ ਭੁੱਲ ਜਾਂਦਾ ਵਾ ਤਾਂ ਇਹ ਬੀਜ ਉਹ ਆ ਹਾਂਜੀ ਅੱਗੇ ਪਰ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਹਾਲੇਲੂਇਆ ਹਾਲੇਲੂਇਆ ਕੁਝ ਬੀਜ ਚੰਗੀ ਜ਼ਮੀਨ ਉੱਤੇ ਡਿੱਗਿਆ ਤਾਂ ਕੁਝ ਬੀਜ 100 ਗੁਣਾ 60 ਗੁਣਾ 30 ਗੁਣਾ ਫਲ ਲੈ ਕੇ ਆਇਆ ਇਹ ਉਹ ਬੀਜ ਆ ਜਿਹੜਾ ਚੰਗਾ ਬੀਜ ਬੋਇਆ ਗਿਆ ਤਾਂ ਉਹ 100 ਗੁਣਾ 60 ਗੁਣਾ ਫਲ ਲੈ ਕੇ ਆਇਆ ਹਾਂਜੀ ਅੱਗੇ ਜਿਹੜਾ ਬਹੁਤ ਫਲ ਲੈ ਕੇ ਆਇਆ ਲੈ ਕੇ ਆਇਆ ਕੁਝ 100 ਗੁਣਾ ਕੁਝ 60 ਗੁਣਾ ਤੇ ਕੁਝ 30 ਗੁਣਾ ਹਾਲੇਲੂਇਆ ਕੁਝ 100 ਗੁਣਾ ਕੁਝ 60 ਗੁਣਾ ਕੁਝ 30 ਗੁਣਾ ਫਲ ਲੈ ਕੇ ਆਇਆ ਹਾਂਜੀ ਅੱਗੇ ਅੰਤ ਵਿੱਚ ਯਿਸੂ ਨੇ ਕਿਹਾ ਜਿਸ ਦੇ ਕੰਨ ਹਨ ਉਹ ਸੁਣੇ ਹਾਲੇਲੂਇਆ ਹਾਲੇਲੂਇਆ ਅੰਤ ਵਿੱਚ ਯਿਸੂ ਨੇ ਕਿਹਾ ਜਿਸ ਦੇ ਕੰਨ ਹੈ ਉਹ ਸੁਣੇ ਕੰਨ ਹੈ ਸੁਣੇ ਹਾਂਜੀ ਅੱਗੇ ਹੁਣ ਤੁਸੀਂ ਬੀਜ ਬੋਜਣ ਵਾਲੇ ਦੀ ਅਰਥਾਤ ਅਤੇ ਉਸ ਦੀ ਸਮਝ ਨੂੰ ਸਮਝੋ ਹਾਲੇਲੂਇਆ ਹਾਲੇਲੂਇਆ ਇੱਥੇ ਯਿਸੂ ਕਹਿ ਰਿਹਾ ਬੀਜ ਬੋਜਣ ਵਾਲੇ ਦੀ ਹੁਣ ਤੁਸੀਂ ਗੱਲ ਨੂੰ ਕੀ ਹੈ ਸਮਝੋ ਤਾਂ ਕਿ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਬੀਜ ਦਾ ਅਰਥ ਕੀ ਹੈ ਹਾਂਜੀ ਅੱਗੇ ਉਹ ਲੋਕ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਤਾਂ ਹਨ ਪਰ ਸਮਝਦੇ ਨਹੀਂ ਹਾਲੇਲੂਇਆ ਹਾਲੇਲੂਇਆ ਇਹ ਬੀਜ ਉਹ ਹੈ ਜਿਹੜਾ ਖੇਤ ਚੋਂ ਬਾਹਰ ਖਿਲਾਰਿਆ ਗਿਆ ਇਹ ਬੀਜ ਉਹ ਹੈ ਜਿਹੜੇ ਵਚਨ ਨੂੰ ਸੁਣਦੇ ਆ ਤਾਂ ਪਰ ਸਮਝਦੇ ਨਹੀਂ ਹੈ ਤਾਂ ਕਿ ਉਹਨਾਂ ਦੇ ਮਨਾਂ ਦੇ ਵਿੱਚੋਂ ਇਹ ਵਚਨ ਸ਼ੈਤਾਨ ਆ ਕੇ ਚੁਰਾ ਲੈਂਦਾ ਤੇ ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਸ਼ੈਤਾਨ ਉਹਨਾਂ ਦੇ ਦਿਲ ਚੋਂ ਵਚਨ ਨੂੰ ਚੁਰਾ ਲੈਂਦਾ ਹੈ ਤਾਂ ਉਹ ਨਾਸ਼ ਹੋ ਜਾਂਦੇ ਹਾਂਜੀ ਅੱਗੇ ਇਹ ਬੀਜ ਉਸ ਬੀਜ ਵਰਗੇ ਹਨ ਜੋ ਰਾਹ ਵਿੱਚ ਡਿੱਗਦਾ ਹੈ ਹਾਲੇਲੂਇਆ ਇਹ ਬੀਜ ਉਸ ਬੀਜ ਵਰਗਾ ਹਨ ਇਹ ਬੀਜ ਉਸ ਬੀਜ ਵਰਗਾ ਹਨ ਜਿਹੜਾ ਰਾਹ ਵਿੱਚ ਡਿੱਗਦਾ ਹੈ ਅੱਜ ਕੁਝ ਲੋਕੀ ਚਰਚਾ ਚ ਆਉਂਦੇ ਨੇ ਬੜੇ ਸ਼ੌਂਕ ਨਾਲ ਆਉਂਦੇ ਨੇ ਬੜੇ ਜਦੋਂ ਆਉਂਦੇ ਨੇ ਬੜੀ ਉਹਨੂੰ ਤਾਬਲਾ ਹੁੰਦੀ ਹੈ ਜਦੋਂ ਉਹ ਚੱਲਦੇ ਨੇ ਉਦੋਂ 5-6 ਮਹੀਨਿਆਂ ਬਾਅਦ ਬਹਿ ਜਾਂਦੇ ਨੇ ਠੰਡੇ ਹੋ ਜਾਂਦੇ ਨੇ ਉਹਨਾਂ ਦੀ ਪ੍ਰੀਤ ਕੀ ਹੋ ਜਾਂਦੀ ਆ ਠੰਡੀ ਹੋ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚੋਂ ਸ਼ੈਤਾਨ ਵਚਨ ਚੁਰਾ ਲੈਂਦਾ ਹੈ ਸਹਿਮਤ ਹੋਵੋ ਸ਼ੈਤਾਨ ਵਚਨ ਚੁਰਾ ਲੈਂਦਾ ਹੈ ਤਾਂ ਕਿ ਵਿਸ਼ਵਾਸੀ ਦਾ ਕੰਮ ਹੈ 100 ਗੁਣਾ ਫਲ ਲਿਆਉਣਾ ਹੁਣ ਤੁਹਾਨੂੰ ਐਂਡ ਤੇ ਜਾ ਕੇ 100 ਗੁਣਾ ਫਲ ਕੌਣ ਹੈ ਕੀ ਹੈ ਉਹ ਤੁਹਾਨੂੰ ਦੱਸਾਂਗੇ ਇਸ ਤੋਂ ਅੱਗੇ ਪੜਾਂਗੇ ਆਪਾਂ ਸ਼ੈਤਾਨ ਆ ਕੇ ਉਹਨਾਂ ਦੇ ਮਨਾਂ ਵਿੱਚੋਂ ਉਸ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਉਸ ਵਚਨ ਨੂੰ ਕੱਢ ਕੇ ਲੈ ਜਾਂਦਾ ਹੈ ਹਾਂਜੀ ਅੱਗੇ ਜੋ ਉਹਨਾਂ ਵਿੱਚ ਬੀਜ ਬੀਜਿਆ ਗਿਆ ਸੀ ਕਿਹੜਾ ਬੀਜ ਵਚਨ ਦਾ ਬੀਜ ਚੰਗਿਆਈ ਦਾ ਬੀਜ ਸਾਡੀ ਪਾਪਾ ਤੋਂ ਮਾਫੀ ਦਾ ਬੀਜ ਤਾਂ ਉਹ ਸ਼ੈਤਾਨ ਆਣ ਕੇ ਲੈ ਜਾਂਦਾ ਹੈ ਹਾਲੇਲੂਇਆ ਸ਼ੈਤਾਨ ਚਾਹੁੰਦਾ ਹੈ ਕਿ ਇਹ ਬਚੇ ਨਾ ਸ਼ੈਤਾਨ ਚਾਹੁੰਦਾ ਹੈ ਇਨਸਾਨ ਬਚੇ ਨਾ ਕਿਉਂਕਿ ਸ਼ੈਤਾਨ ਦਾ ਜ਼ੋਰ ਵੀ ਫੁੱਲੇ ਹਾਲੇਲੂਇਆ ਹਾਂਜੀ ਅੱਗੇ ਪੜ੍ਹੀਏ ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਅਤੇ ਉਸ ਵੇਲੇ ਖੁਸ਼ੀ ਨਾਲ ਉਸ ਨੂੰ ਮੰਨ ਲੈਂਦੇ ਹਨ ਹਾਲੇਲੂਇਆ ਹਾਲੇਲੂਇਆ ਫਿਰ ਪੜਾਂਗੇ ਥੋੜਾ ਫਿਰ ਪੜਾਂਗੇ ਖੁਸ਼ੀ ਵੇਲੇ ਖੁਸ਼ੀ ਤੋਂ ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਅਤੇ ਉਸ ਵੇਲੇ ਖੁਸ਼ੀ ਨਾਲ ਉਸ ਨੂੰ ਮੰਨ ਲੈਂਦੇ ਹਨ ਹਾਲੇਲੂਇਆ ਹਾਲੇਲੂਇਆ ਇਹ ਬੀਜ ਉਹ ਹੈ ਜਿਹੜਾ ਪਥਰੀਲੀ ਧਰਤੀ ਤੇ ਡਿੱਗਿਆ ਖੁਸ਼ੀ ਨਾਲ ਮੰਨਦੇ ਆਪਾਂ ਬੜੇ ਤਾਬਲੇ ਹੋ ਕੇ ਮੰਨਦੇ ਆ ਕੁਝ ਲੋਕ ਦੇਖੇ ਦਿਖਾਇਆ ਜਾਂਦੇ ਆ ਤੇ ਪਰ ਥੋੜਾ ਟਾਈਮ ਚੱਲਦੇ ਆ ਫਿਰ ਉਹ ਪਿੱਛੇ ਹੋ ਜਾਂਦੇ ਆ ਤੇ ਇਹ ਬੀਜ ਉਹ ਆ ਹਾਂਜੀ ਅੱਗੇ ਉਹ ਪਥਰੀਲੀ
ਉਹ ਪਥਰੀਲੀ ਜ਼ਮੀਨ ਵਿੱਚ ਪਏ ਵਰਗੇ ਹਨ। ਉਹ ਪਥਰੀਲੀ ਜ਼ਮੀਨ ਵਿੱਚ ਪਏ ਵਰਗੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਕੀ ਆ, ਕਮਜ਼ੋਰ ਆ। ਜਿਨ੍ਹਾਂ ਦੀਆਂ ਜੜ੍ਹਾਂ ਕੀ ਆ, ਕਮਜ਼ੋਰ ਹਨ। ਕਮਜ਼ੋਰ ਆ, ਤਾਂ ਕਿ ਉਹ ਥੋੜਾ ਹੀ ਟਾਈਮ ਟਿਕ ਪਾਉਂਦੇ ਨੇ, ਥੋੜਾ ਟਾਈਮ ਟਿਕ ਪਾਉਂਦੇ ਨੇ। ਜਿਵੇਂ ਸਾਲ 6 ਮਹੀਨੇ, 2 ਸਾਲ, 3 ਸਾਲ, 4 ਸਾਲ, ਵੱਧ ਤੋਂ ਵੱਧ 10 ਸਾਲ, ਤਾਂ ਉਹ ਥੋੜਾ ਚਿਰ ਹੀ ਟਿਕ ਪਾਉਂਦੇ ਨੇ। ਕਿਉਂ ਆ? ਕਿਉਂਕਿ ਉਹਨਾਂ ਤੇ ਜਦੋਂ ਦੁੱਖ ਹੁੰਦਾ ਵਾ, ਚਾਹੇ ਕੋਈ ਪਰੇਸ਼ਾਨੀ ਆਉਂਦੀ ਆ, ਉਹ ਯਿਸੂ ਨੂੰ ਛੱਡ ਦਿੰਦੇ ਨੇ। ਹਾਂਜੀ, ਅੱਗੇ। ਵਚਨ ਜਿਹੇ ਲੋਕਾਂ ਦੇ ਮਨਾਂ ਦੇ ਉੱਤੇ ਪਹੁੰਚੇ ਹੋਏ ਹਨ, ਇਸ ਲਈ ਥੋੜੇ ਸਮੇਂ ਤੱਕ ਹੀ ਉਸ ਦੀ ਅਸਰ ਉਹਨਾਂ ਉੱਤੇ ਰਹਿੰਦਾ ਹੈ। ਥੋੜੇ ਸਮੇਂ ਤੱਕ ਹੀ ਅਸਰ ਉਹਨਾਂ ਉੱਤੇ ਰਹਿੰਦਾ ਹੈ। ਹਾਂਜੀ, ਇਸ ਤੋਂ ਅੱਗੇ। ਕਿਉਂਕਿ ਜਦੋਂ ਕੋਈ ਦੁੱਖ ਆਉਂਦਾ ਹੈ ਤਾਂ ਉਹ ਵਚਨ ਨੂੰ ਛੱਡ ਦਿੰਦੇ ਹਨ। ਹਾਲੇਲੂਇਆ। ਹਾਲੇਲੂਇਆ। ਮੈਂ ਦੱਸਿਆ, ਜਦੋਂ ਦੁੱਖ ਆਉਂਦਾ ਹੈ ਤਾਂ ਉਹ ਖੁਦਾ ਨੂੰ ਛੱਡ ਦਿੰਦੇ ਹਨ, ਯਿਸੂ ਨੂੰ ਛੱਡ ਦਿੰਦੇ ਹਨ। ਤੇ ਇਹ ਬੀਜ ਉਹ ਬੀਜ ਆ, ਪਥਰੀਲੀ ਧਰਤੀ ਵਾਲਾ, ਜਿੰਦੀਆਂ ਜੜ੍ਹਾਂ ਮਜ਼ਬੂਤ ਨਹੀਂ ਸੀ। ਸੂਰਜ ਨਿਕਲ ਤੇ ਮੁਜ਼ਰਾ ਗਈਆਂ ਤੇ ਜਾਂਦੀਆਂ ਹਨ। ਹਾਂਜੀ, ਇਸ ਤੋਂ ਅੱਗੇ। ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਹਨ ਪਰ ਉਸ ਸੰਸਾਰ ਦੀਆਂ ਚਿੰਤਨਾਵਾਂ ਵਿੱਚ ਰਹਿੰਦੇ ਹਨ। ਹਾਲੇਲੂਇਆ। ਹਾਲੇਲੂਇਆ। ਉਹ ਲੋਕ ਵੀ ਹੈਗੇ ਆ ਜਿਹੜੇ ਵਚਨ ਨੂੰ ਸੁਣਦੇ ਨੇ, ਮੰਨਦੇ ਨੇ, ਪਰ ਸੰਸਾਰ ਦੀਆਂ ਚਿੰਤਾ, ਲੋਭ, ਲਾਭ ਦੇ ਵਿੱਚ ਫਸ ਜਾਂਦੇ ਨੇ। ਉਹ ਵੀ ਲੋਕ ਹੈਗੇ ਨੇ ਜਿਹੜੇ ਯਿਸੂ ਕੋਲੇ ਆਉਂਦੇ ਨੇ, ਪਰ ਉਹ ਚਿੰਤਾ, ਲੋਭ, ਲਾਸ ਸਭ ਕੁਝ ਕਰਕੇ ਦੁਨੀਆ ਦੀਆਂ ਚਿੰਤਾ ਦੇ ਅੰਦਰ ਫਸ ਜਾਂਦੇ ਨੇ। ਹਾਂਜੀ, ਇਸ ਤੋਂ ਅੱਗੇ ਥੋੜਾ ਪੜ੍ਹਾਂਗੇ। ਉਹ ਵਚਨ ਦੇ ਅਸਰ ਨੂੰ ਆਪਣੇ ਮਨ ਵਿੱਚੋਂ ਖਤਮ ਕਰ ਲੈਂਦੇ ਹਨ। ਹਾਲੇਲੂਇਆ। ਹਾਲੇਲੂਇਆ। ਉਹ ਚਿੰਤਾ, ਲੋਭ ਦੇ ਕਾਰਨ ਆਪਣੇ ਮਨ ਵਿੱਚੋਂ ਵਚਨ ਨੂੰ ਖਤਮ ਕਰ ਲੈਂਦੇ ਨੇ। ਲੋਭ ਉਹ ਆ, ਆਪਾਂ ਯਿਸੂ 'ਚ ਚੱਲਦੇ ਆ ਤੇ ਕਹਿੰਦੇ ਆ ਸਾਨੂੰ ਗੱਡੀ ਦੇ ਦਿਓ, ਸਾਨੂੰ ਚਿੰਤਾ ਹੈ ਕਿ ਸਾਡਾ ਘਰ ਬਣ ਜਾਵੇ। ਸਾਡੇ ਮਨ ਦੇ ਵਿੱਚੋਂ ਉਹ ਵਚਨ ਚੁਰਾਇਆ ਜਾਂਦਾ ਹੈ, ਉਹ ਵਚਨ ਸਾਡੇ ਜ਼ਿੰਦਗੀ ਦੇ ਅੰਦਰੋਂ ਖਤਮ ਹੋ ਜਾਂਦਾ ਹੈ। ਤਾਂ ਅਸੀਂ ਉਹਨਾਂ ਵਰਗੇ ਤਾਂ ਨਹੀਂ ਹੈ, ਅਸੀਂ ਥੋੜਾ ਟਾਈਮ ਤਾਂ ਨਹੀਂ ਚੱਲਦੇ। ਅਸੀਂ ਯਿਸੂ ਨੂੰ ਕੀ ਤਰ੍ਹਾਂ ਸਾਨੂੰ ਉਹਨੂੰ ਸਮਝਣਾ ਚਾਹੀਦਾ ਹੈ ਤੇ ਵਚਨਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ। ਹਾਂਜੀ, ਇਸ ਤੋਂ ਅੱਗੇ ਥੋੜਾ ਪੜਾਂਗੇ। ਇਸ ਤਰ੍ਹਾਂ ਇਹ ਫਲਦਾਰ ਨਹੀਂ ਹੁੰਦੇ ਹਨ। ਹਾਲੇਲੂਇਆ। ਇਸ ਤਰ੍ਹਾਂ ਇਹ ਫਲਦਾਰ ਨਹੀਂ ਹੁੰਦੇ ਹਨ। ਇਸ ਤਰ੍ਹਾਂ ਇਹ ਫਲਦਾਰ ਨਹੀਂ ਹੁੰਦੇ ਹਨ। ਮੈਂ ਤੁਹਾਨੂੰ ਚੈਪਟਰ ਦੱਸ ਦਿੰਦਾ। ਚੈਪਟਰ 13 ਔਰ 1 ਤੋਂ 9 ਤੋਂ 18 ਤੋਂ ਲੈ ਕੇ 23 ਤੱਕ ਦੇ ਵਿੱਚ ਇਹ ਲਿਖਿਆ ਹੈ, ਔਰ ਮੱਤੀ ਦੇ ਵਿੱਚ ਇਹ ਲਿਖਿਆ ਹੈ। ਹੁਣ ਕੁਝ ਬੀਜ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਬੀਜ ਦਾ ਕਲੀਅਰ ਹੈ। ਕੁਝ ਬੀਜ ਲੋਕੀ ਆ, ਚਾਹੇ ਪਾਸਟਰ ਆ, ਚਾਹੇ ਸਭਾ, ਕੁਝ ਬੀਜ ਉਹ ਜੋੜ ਲੈਂਦੇ ਆ ਧਨ ਦੌਲਤ ਨਾਲ। ਕੁਝ ਬੀਜ ਕਹਿ ਲੈਂਦੇ ਜਿਵੇਂ 100 ਗੁਣਾ ਤੁਸੀਂ ਫਲ ਲੈ ਕੇ ਆਓਗੇ ਤਾਂ ਤੁਹਾਨੂੰ 1000 ਗੁਣਾ ਮਿਲੂਗਾ। ਉਹ ਕੀ ਹੈ? ਇੱਕ ਲਾਲਚ ਆ। ਫਲ ਉਹ ਹੈ ਕਿ ਤੁਸੀਂ ਲੋਕਾਂ ਨੂੰ, ਵਿਸ਼ਵਾਸੀਆਂ ਨੂੰ, ਆਮ ਲੋਕਾਂ ਨੂੰ ਕਿੰਨੇ ਬਚਾਓਗੇ, ਕਿੰਨੇ ਤੁਸੀਂ ਲੈ ਕੇ ਆਓਗੇ ਯਿਸੂ ਦੇ ਕੋਲੇ, ਕਿਵੇਂ ਉਧਾਰ ਉਹਨਾਂ ਦਾ ਕਰਾਓਗੇ। ਇਹ ਫਲ ਉਹ ਆ। ਉਹ ਫਲ ਨਹੀਂ ਹੈ ਕਿ ਅਸੀਂ ਪੈਸੇ ਅੱਜ 100 ਦਿੱਤਾ, 500 ਦਿੱਤਾ ਤੇ ਕੱਲ ਨੂੰ ਸਾਨੂੰ 1000 ਮਿਲੂਗਾ। ਇਹ ਫਲ ਉਹ ਨਹੀਂ ਹੈ। ਇਹ ਫਲ ਆ ਯਿਸੂ ਦਾ। ਯਿਸੂ ਦਾ ਫਲ ਆ ਕਿ ਜਿਹੜਾ ਅਸੀਂ ਵਿਸ਼ਵਾਸੀਆਂ ਨੇ ਸਾਨੂੰ, ਯਿਸੂ ਨੇ ਸਾਨੂੰ ਦਿੱਤਾ ਕਿ ਅਸੀਂ ਉਹਦਾ 100 ਗੁਣਾ ਲੈ ਕੇ ਆਈਏ। ਹਾਂਜੀ, ਅੱਗੇ ਲਿਖਿਆ ਵਾ ਕਿ ਕੁਝ ਬੀਜ ਚੰਗੀ ਧਰਤੀ ਵਿੱਚ ਡਿੱਗੇ, ਜਿਹੜੇ 100 ਗੁਣਾ, 60 ਗੁਣਾ, 30 ਗੁਣਾ ਉਹ ਫਲ ਲੈ ਕੇ ਆਏ। ਹਾਂਜੀ, ਅੱਗੇ ਪੜ੍ਹੀਏ। ਇਹੋ ਜਿਹੇ ਲੋਕ ਕੰਡੇ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ। ਹਾਲੇਲੂਇਆ। ਹਾਲੇਲੂਇਆ। ਇਹੋ ਜਿਹੇ ਲੋਕ, ਯਿਸੂ ਕਹਿੰਦਾ ਇਹੋ ਜਿਹੇ ਲੋਕ ਉਹ ਆ ਜਿਹੜੇ ਕੰਡੇ ਝਾੜੀਆਂ ਵਿੱਚ ਬੀਜ ਡਿੱਗਾ। ਜਿਹੜਾ ਕੰਡਿਆਂ ਝਾੜੀਆਂ ਦੇ ਵਿੱਚ ਬੀਜ ਡਿੱਗਾ, ਉਹੋ ਜਿਹੇ ਲੋਕ ਆ। ਪਹਿਚਾਨੀਏ ਕਿ ਆਪਾਂ ਉਹੋ ਜਿਹੇ ਤਾਂ ਨਹੀਂ, ਆਪਾਂ ਪਥਰੀਲੀ ਧਰਤੀ ਵਰਗੇ ਤਾਂ ਨਹੀਂ, ਆਪਾਂ ਝਾੜੀਆਂ ਵਿੱਚ ਡਿੱਗੇ ਤਾਂ ਨਹੀਂ, ਆਪਾਂ ਖੇਤ ਤੋਂ ਪਾਸੇ ਡਿੱਗੇ ਤਾਂ ਨਹੀਂ। ਕਿਉਂਕਿ ਸਾਨੂੰ ਵਚਨ ਦੀ ਸਮਝ ਹੋਣੀ ਚਾਹੀਦੀ ਆ। ਸਾਨੂੰ
ਇਹਦੀ ਸਮਝ ਹੋਣੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਦੂਸਰੇ ਨੂੰ ਕਿੱਦਾਂ ਸਮਝਾ ਸਕਦੇ ਹਾਂ, ਦੂਸਰੇ ਨੂੰ ਅਸੀਂ ਖੁਦਾ ਦੇ ਕੋਲੇ ਨਜ਼ਦੀਕ ਕਿਵੇਂ ਲਿਆ ਸਕਦੇ ਹਾਂ, ਯਿਸੂ ਦੇ ਕੋਲੇ ਅਸੀਂ ਲੋਕਾਂ ਨੂੰ ਕਿਵੇਂ ਬਚਾ ਸਕਦੇ ਹਾਂ। ਹਾਲੇਲੂਇਆ। ਹਾਲੇਲੂਇਆ। ਹਾਂਜੀ, ਅੱਗੇ ਪੜ੍ਹੀਏ। ਪਰ ਉਹ ਜਿਹੜੇ ਲੋਕ ਵਚਨ ਨੂੰ ਸੁਣਦੇ ਹਨ ਅਤੇ ਸਮਝਦੇ ਨਹੀਂ। ਹਾਲੇਲੂਇਆ। ਹਾਲੇਲੂਇਆ। ਉਹ ਜਿਹੜੇ ਲੋਕ ਜਿਹੜੇ ਵਚਨ ਨੂੰ ਸੁਣਦੇ ਨੇ, ਸਮਝਦੇ ਨੇਗੇ, ਚੰਗੀ ਜ਼ਮੀਨ ਦੇ ਡਿੱਗੇ ਬੀਜ ਵਰਗੇ ਹਨ। ਹਾਲੇਲੂਇਆ। ਹਾਲੇਲੂਇਆ। ਉਹ ਲੋਕ ਉਹ ਹੈ ਜਿਹੜੇ ਵਚਨ ਨੂੰ ਸਮਝਦੇ ਨੇ, ਸੁਣਦੇ ਨੇ ਤੇ ਚੰਗੀ ਜ਼ਮੀਨ ਵਰਗੇ ਹਨ। ਹੈ। ਚੰਗੀ ਜ਼ਮੀਨ, ਜਿਹੜਾ ਮੈਂ ਦੱਸ ਦਿੰਦਾ ਤੁਹਾਨੂੰ ਕਿ ਚੰਗੀ ਜ਼ਮੀਨ ਤੇ ਧਰਤੀ ਤੇ ਡਿੱਗੇ ਬੀਜ ਹੋਏ ਜਿਹੜਾ 100 ਗੁਣਾ 60 ਗੁਣਾ ਫਲ ਲੈ ਕੇ ਆਉਂਦੇ ਨੇ। ਤਾਂ ਅਸੀਂ ਵੀ ਯਿਸੂ ਦੇ ਕੋਲੇ ਜਿਹੜਾ ਫਲ ਹੈ ਉਹ 100 ਗੁਣਾ 60 ਗੁਣਾ ਲੈ ਕੇ ਆਈਏ, ਯਿਸੂ ਦੇ ਕੋਲੇ ਰੂਹਾਂ ਨੂੰ ਬਚਾਈਏ, ਕਿਉਂਕਿ ਹੁਣ ਸਮਾਂ ਜਿਹੜਾ ਹੈ ਬੜਾ ਨਜ਼ਦੀਕੀ ਦਾ ਸਮਾਂ ਹੈ। ਤਾਂ ਬਿਮਾਰੀਆਂ ਚਲਦੀਆਂ, ਕਰੋਨਾ ਵਾਇਰਸ ਚੱਲਦਾ ਪਿਆ ਵਾ, ਮਹਾਮਾਰੀ ਚੱਲਣ ਡਈ ਆ। ਤਾਂ ਇਹ ਕਿਹਦੀ ਮਰਜ਼ੀ ਆ? ਖੁਦਾ ਦੀ। ਇਹ ਕਿਹਦੀ ਮਰਜ਼ੀ ਆ? ਖੁਦਾ ਦੀ। ਤਾਂ ਕਿ ਸਾਨੂੰ ਸਮਾਂ, ਸਾਨੂੰ ਮੌਕਾ ਕਿ ਅਸੀਂ ਆਪਣੇ ਪਾਪਾਂ ਤੋਂ ਇਕਰਾਰ ਕਰੀਏ ਤੇ ਅਸੀਂ ਯਿਸੂ ਵੱਲ ਮੁੜ ਆਈਏ। ਅਸੀਂ ਉਹਦੀਆਂ ਭੇਡਾਂ ਬਣ ਜਾਈਏ। ਸਹਿਮਤ ਹੋ? ਅਸੀਂ ਉਹਦੀਆਂ ਭੇਡਾਂ ਬਣ ਜਾਈਏ। ਤੇ ਸਾਡਾ ਉਜ਼ਾਲੀ ਪਰਮੇਸ਼ਵਰ ਸਾਡਾ ਅੱਛਾ ਚਰਾਵਾ ਕੌਣ ਆ? ਯਿਸੂ ਮਸੀਹ। ਸਾਡਾ ਅੱਛਾ ਜਿਹੜਾ ਚਿਹਰਾਵਾ ਕੌਣ ਆ? ਯਿਸੂ ਮਸੀਹ। ਤਾਂ ਕਿ ਅਸੀਂ ਉਹਦੇ ਪਿੱਛੇ ਚੱਲੀਏ। ਉਹਨੇ ਸਾਡੇ ਲਈ ਕੀ ਦਿੱਤੀ ਆ? ਜਾਨ। ਉਹਨੇ ਸਾਡੇ ਲਈ ਕੀ ਦਿੱਤੀ ਆ? ਸਹਿਮਤ ਹੋ? ਸਾਡੇ ਲਈ ਕੀ ਦਿੱਤੀ ਆ? ਜਾਨ। ਤਾਂ ਕਿ ਅਸੀਂ ਉਹਦੇ ਤੇ ਯਕੀਨ ਕਰੀਏ। ਤਾਂ ਵਚਨ ਦੀ ਸਭ ਨੂੰ ਸਮਝ ਆ ਗਈ ਹੋਣੀ, ਜਿੰਨੇ ਮੇਰੇ ਭਰਾ ਇਹ ਵੀਡੀਓ ਦੇਖਦੇ ਨਾ। ਤਾਂ ਵਚਨ ਦਾ ਮਤਲਬ ਇਹ ਆ 100 ਗੁਣਾ ਉਹ ਨਹੀਂ ਹੈ ਕਿ ਜਿਹੜਾ ਦਸਵੰਧ ਲੈਂਦੇ ਸਰ ਸੁਣਾਇਆ ਜਾਂਦਾ ਕਿ ਤੁਸੀਂ 100 ਗੁਣਾ ਦੋਗੇ, 1000 ਗੁਣਾ ਵੱਡੋਗੇ। ਨਹੀਂ, ਇਹ ਬਚਨ ਦਾ ਮਤਲਬ ਇਹ ਹੈ ਸਾਨੂੰ ਪੈਸੇ ਨਹੀਂ, ਇੱਥੇ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ 1000 ਦੋਗੇ, 500 ਦੋਗੇ ਤਾਂ ਤੁਹਾਨੂੰ 4000 ਮਿਲੂਗਾ, ਕਿ ਤੁਹਾਨੂੰ ਜੇ ਤੁਸੀਂ 1000 ਦੋਗੇ ਤੁਹਾਨੂੰ 2000 ਮਿਲੂਗਾ, ਜੇ ਤੁਸੀਂ 500 ਦੋਗੇ ਤਾਂ ਤੁਹਾਨੂੰ 1000 ਮਿਲੂਗਾ। ਇਹ ਨਹੀਂ ਲਿਖਿਆ। ਇੱਥੇ ਲਿਖਿਆ ਤੁਸੀਂ 100 ਗੁਣਾ ਤੇ 60 ਗੁਣਾ 30 ਗੁਣਾ ਫਲ ਲੈ ਕੇ ਆਓ। ਫਲ ਅਸੀਂ ਲੈ ਕੇ ਆਉਣਾ ਯਿਸੂ ਦੇ ਲਈ, ਯਿਸੂ ਦੇ ਲੋਕਾਂ ਨੂੰ। ਅਸੀਂ ਵਚਨ ਸੁਣਾਉਣਾ ਉਹਨਾਂ ਨੂੰ ਕਿ ਅਸੀਂ ਯਿਸੂ ਦੇ ਨਜ਼ਦੀਕ ਲੈ ਆਈਏ, ਅਸੀਂ ਉਹਦੀਆਂ ਭੇਡਾਂ ਨੂੰ ਵਾਪਸ ਲੈ ਆਈਏ। ਤਾਂ ਅਸੀਂ ਆਪਦਾ ਮਨ ਫਿਰਾ ਲਈਏ। ਹਾਲੇਲੂਇਆ। ਬੋਲ ਸਾਰੇ ਹਾਲੇਲੂਇਆ। 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 ਕਿਉਂਕਿ ਯਿਸੂ ਨੇ ਸਾਡੇ ਲਈ ਕੀ ਦਿੱਤੀ ਆ? ਜਾਨ। ਸਾਡੇ ਪਾਪਾਂ ਦੀ ਖਾਤਰ ਉਹ ਮੋਇਆ, ਸਲੀਬ ਤੇ ਚੜਿਆ ਔਰ ਆਪਣੇ ਹੱਥਾਂ ਦੇ ਵਿੱਚ ਸਾਡੇ ਲਈ ਕਿਲ ਕਵਾਏ। ਤਾਂ ਸਾਡੀ ਬਿਮਾਰੀ ਖਾਤਰ ਉਹਨੇ ਥੋੜੇ ਖਾਦੇ। ਜੇ ਅਸੀਂ ਪਾਪ ਨਹੀਂ ਕੀਤਾ ਸਾਨੂੰ ਕਰੋਨਾ ਵਾਇਰਸ ਕੁਝ ਨਹੀਂ ਕਹਿੰਦਾ। ਜੇ ਅਸੀਂ ਪਾਪ ਨਹੀਂ ਕੀਤਾ ਸਾਨੂੰ ਬਿਮਾਰੀ ਕੁਝ ਨਹੀਂ ਕਹਿੰਦੀ। ਜੇ ਅਸੀਂ ਪਾਪ ਨਹੀਂ ਕੀਤਾ ਤਾਂ ਸਾਨੂੰ ਸ਼ੈਤਾਨ ਹੱਥ ਨਹੀਂ ਲਾ ਸਕਦਾ। ਹਾਲੇਲੂਇਆ। ਸਾਨੂੰ ਮਾਰ ਨਹੀਂ ਸਕਦਾ। ਤਾਂ ਸਾਨੂੰ ਅੱਜ ਮਨ ਫਰਾਉਣ ਦੀ ਜ਼ਰੂਰਤ ਹੈ। ਸਾਨੂੰ ਅੱਜ ਵਾਪਸ ਮੁੜਨ ਦੀ ਜ਼ਰੂਰਤ ਹੈ। ਅੱਜ ਸਾਨੂੰ ਯਿਸੂ ਕੋਲੇ ਆਉਣ ਦੀ ਜ਼ਰੂਰਤ ਹੈ। ਸਭਨਾਂ ਨੂੰ ਜੈ ਮਸੀਹ ਦੀ। ਹਾਲੇਲੂਇਆ।